क्योंकि ਉਹਨੂੰ ਤੁਸੀਂ ਲਗਾਤਾਰ ਬਕਵਾਸ ਕਰ ਕਰਕੇ ਮੀਡੀਆ ਨੇ ਮੁੱਖ ਧਾਰਾ ਮੀਡੀਆ ਨੇ ਐਂ ਕਨਵਿੰਸ ਕਰਾਤਾ ਹੋਇਆ ਵੀ ਜਿਹਨੂੰ ਇਹ ਹੋ ਗਿਆ ਉਹ ਤਾਂ ਗਿਆ। ਲੇਕਿਨ ਉਹਦਾ ਦਹਿਸ਼ਤ ਜਦੋਂ ਬੰਦੇ ਨੂੰ ਜਾ ਕੇ ਤੁਸੀਂ ਹਸਪਤਾਲ ਲੈ ਗਏ ਤੇ ਉਹਦੇ ਉੱਪਰ ਠੱਪਾ ਲੱਗ ਗਿਆ ਵੀ ਆਹ ਠੱਪਾ ਜੀ ਇਹਦਾ ਕਰੋਨਾ ਦਾ, ਤਾਂ ਉਹ ਬੰਦਾ ਤਾਂ ਮੂੰਹ ਹੀ ਦਹਿਸ਼ਤ ਨਾਲ ਮਰ ਜਾਏਗਾ। ਫਾਦਰ ਆਫ ਮੈਡੀਸਨ ਕਹਿ ਗਿਆ 2000 ਸਾਲ ਪਹਿਲਾਂ, ਗਿਵ ਮੀ ਫੀਵਰ ਆਈ ਵਿਲ ਕਿਉਰ ਐਵਰੀ ਡਿਜ਼ੀਜ਼, ਵੀ ਮੈਨੂੰ ਬੁਖਾਰ ਦੇ ਦਿਓ ਮੈਂ ਸਾਰੀਆਂ ਬਿਮਾਰੀਆਂ ਠੀਕ ਕਰ ਦੂੰਗਾ। ਮਤਲਬ ਉਸ ਪੂਰਾ ਪੰਜਾਬ ਜਿਹੜਾ ਹੈ ਉਹ ਲੱਖਾਂ ਬੰਦਿਆਂ ਦੇ ਨਾਲ ਫਿਜ਼ੀਕਲੀ ਜੁੜਿਆ ਹੋਇਆ। ਉੱਥੇ ਸੈਂਕੜੇ ਟਰਾਲੀਆਂ ਰੋਜ਼ ਆਉਂਦੀਆਂ ਨੇ, ਸੈਂਕੜੇ ਟਰਾਲੀਆਂ ਜਾਂਦੀਆਂ ਨੇ, ਇਹਦਾ ਮਤਲਬ ਸਾਰਾ ਪੰਜਾਬ ਹੀ ਮਰ ਜਾਂਦਾ ਫਿਰ ਤਾਂ। ਬਣ ਹੀ ਨਹੀਂ ਸਕਦਾ ਵੈਕਸੀਨ ਦਾ, ਫਲੂ ਵਾਇਰਸ ਦਾ ਵੈਕਸੀਨ ਬਣਨਾ ਇੰਪੋਸੀਬਲ ਹੈ। ਕੋਈ ਅੱਜ ਮੈਨੂੰ ਬੰਦਾ ਕਹਿ ਜਿਹੜੇ ਬੰਦੇ ਟੀਕਾ ਲਾ ਰਹੇ ਜਾਂ ਜਿਹੜੇ ਬੰਦੇ ਟੀਕਾ ਰਿਕਮੈਂਡ ਕਰ ਰਹੇ ਉਹ ਕੀ ਤੁਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਅੱਜ ਮੈਂ ਜੇ ਇਹਦਾ ਟੀਕਾ ਲਵਾ ਲੂੰਗਾ, ਪਹਿਲੀ ਗੱਲ ਤਾਂ ਇਹ ਗਰੰਟੀ ਨਹੀਂ ਦੇ ਸਕਦੇ ਵੀ ਮੈਨੂੰ ਕਰੋਨਾ ਦੁਬਾਰਾ ਨਹੀਂ ਹੋਊਗਾ। ਔਰ ਹਿੰਦੁਸਤਾਨ ਇਸ ਵੇਲੇ ਵਰਲਡ ਗਲੋਬਲ ਕਾਰਪੋਰੇਟ ਲਈ ਹਿੰਦੁਸਤਾਨ ਇੱਕ ਬਹੁਤ ਵੱਡੀ ਮੰਡੀ ਹੈ। ਹਿੰਦੁਸਤਾਨ ਤੋਂ ਵੱਡੀ ਕੋਈ ਮੰਡੀ ਨਹੀਂ ਹੋ ਸਕਦੀ। ਉਹਨਾਂ ਦਾ ਦਾਅ ਸਾਰਾ ਇਸ ਗੱਲ 'ਤੇ ਲੱਗਿਆ ਹੋਇਆ ਕਿ ਹਿੰਦੁਸਤਾਨ ਸਾਡੇ ਕਬਜ਼ੇ 'ਚ ਤੋਂ ਕਿਤੇ ਨਿਕਲ ਨਾ ਜਾਵੇ। ਦੇਸ਼ ਪਾਤ ਕੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਥਰਾ अपना राजपुरे वाला मनजीत। दोस्तों 1 साल हो गया करोना की लहर कहाँ फिर चल पई है। पहला बहुत सारे बंदियां का रोज़गार घुसिया, लखां बंदियां नूं अपना घर छड्डना पिया, बहुत सारे कारोबार हैं जिहड़े ठप्प होए। एक बार फिर पंजाब के विच इस तरह की खबरां आ रही, सरकार वालों ऐलान हो रहा भी करोना बहुत बड़े पद्धर पर फैल रहा। फिर करोना के इलाज वास्ते वैक्सीन भी आ गई है। वैक्सीन बहुत सारे लोग करे लवा रहे हैं और अपना कह रहे हैं भी हमारा इलाज हो रहा, जो वैक्सीन लग जाएगी तो करोना मैनू कुछ नहीं कहेगा। इन्हां सारियां बातों पर बात करने वास्ते मेरी गैल है डॉक्टर अमर सिंह आज़ाद पटियाले ते, जोड़े कि बहुत पिछले 50 साल से मैडिकल खेत्र के जुड़े हुए हैं और उन्होंने लंबा जोड़ा है उनकी खोज है और जोड़ा है मैडिकल खेत्र के भी जिन्नियां दुनिया जहान के खोजां हो रही, नवीं बातें हो रही, उन्होंने जुड़े हुए हैं। डॉक्टर साहब सत श्री अकाल, स्वागत है जी सारे सुतम। डॉक्टर साहब जिस तरह मैं बात कर रहा था भी पहला आप करोना वाले मुद्दे से शुरू करें भी फिर कहाँ भी एक लहर आ गई है, एक किस तरह लग रहा थानू सारा कुछ भी कहा जा रहा भी बहुत बड़ा पद्धर पर फैल रहा। देखो ये मनजीत ਜਿਹੜਾ ਜਿਸ ਢੰਗ ਨਾਲ ਸ਼ੁਰੂ ਹੋਇਆ ਸੀ ਨਾ ਇਹ ਉੱਥੋਂ ਲੈ ਕੇ ਗੱਲ ਬੜੀ ਸਪਸ਼ਟ ਹੋ ਗਈ ਸੀ ਕਿ ਇਹ ਜਿਹੜਾ ਰਾਮ ਰੌਲਾ ਜਿਹੜਾ ਉਹਦੇ ਪਿੱਛੇ ਕੁਝ ਏਜੰਡਾ ਹੋਰ ਹੈ ਵੀ ਅਸਲ 'ਚ ਇਹ ਬਿਮਾਰੀ ਕੋਈ ਉੱਦਾਂ ਨਹੀਂ ਹੈ ਜਿੱਦਾਂ ਨੂੰ ਪੁੱਟ ਕੀਤਾ ਜਾ ਰਿਹਾ। ਕਿਉਂਕਿ ਫਲੂ ਜਿਹੜਾ ਕੋਈ ਨਵੀਂ ਬਿਮਾਰੀ ਤਾਂ ਨਹੀਂ, ਹਜ਼ਾਰਾਂ ਸਾਲ ਪੁਰਾਣੀ ਬਿਮਾਰੀ ਮਨੁੱਖਤਾ ਦੇ ਨਾਲ ਪੈਦਾ ਹੋਈ। ਫਲੂ ਡੰਗਰਾਂ 'ਚ ਵੀ ਹੁੰਦਾ ਕਿਉਂਕਿ ਜਿਹੜੇ ਵਾਇਰਸਿਸ ਨੇ ਉਹ ਜੀਵਨ ਦਾ ਹਿੱਸਾ ਨੇ। ਉਹ ਜਿਹੜੇ ਵਾਇਰਸਿਸ ਨੇ ਕਿਉਂਕਿ ਪੂਰੇ ਜੀਵਨ ਦਾ ਹਿੱਸਾ ਨੇ ਤਾਂ ਪੂਰੇ ਡੰਗਰਾਂ ਦੇ ਵਿੱਚ ਵੀ ਹੁੰਦੇ ਆ, ਪਸ਼ੂ ਪੰਛੀਆਂ 'ਚ ਵੀ ਹੁੰਦੇ ਆ, ਮਨੁੱਖਾਂ 'ਚ ਵੀ ਹੁੰਦੇ ਆ। ਸਾਡੇ ਨਾਲ ਸਾਡੀਆਂ ਸਰੀਰ 'ਚ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ। ਉਹ ਜਦੋਂ ਜਿਹੜੇ ਵਾਇਰਸ ਪ੍ਰਤੀ ਸਾਡੀ ਇਮਿਊਨਿਟੀ ਘੱਟ ਹੁੰਦੀ ਹੈ ਉਹਦੇ 'ਚ ਹਲਕੀਆਂ ਫੁਲਕੀਆਂ ਲਾਮਤਾਂ ਵੀ ਹੁੰਦੀਆਂ ਨੇ। ਉਹ ਪਹਿਲਾਂ ਵੀ ਜਿਹੜਾ ਸੀਗਾ ਸ਼ੁਰੂ 'ਚ ਵੀ ਮੈਂ ਵੀ ਕਿਹਾ ਸੀਗਾ, ਦੁਨੀਆ 'ਚ ਹੋਰ ਬਹੁਤ ਲੋਕਾਂ ਨੇ ਕਿਹਾ, ਡਾਕਟਰ ਬਿਸਰੂ ਰਾਏ ਚੌਧਰੀ ਨੇ ਕਿਹਾ ਕਿ ਇਹ ਜਿਹੜਾ ਮਹੀਨੇ 'ਚ ਕਲੀਅਰ ਹੋ ਗਿਆ ਸੀਗਾ ਕਿ ਜਿਹੜਾ ਉਹਦੀ ਕੋਈ ਨਵੀਂ ਗੱਲ ਇਹ 'ਚ ਲੱਗ ਨਹੀਂ ਰਹੀ। ਪਹਿਲਾਂ ਸ਼ੁਰੂ 'ਚ ਚਾਈਨਾ 'ਚ ਹੋ ਸਕਦਾ ਥੋੜ੍ਹੀ ਬਹੁਤੀ ਗਲਤਫਹਿਮੀ ਹੋਈ ਹੋਵੇ ਕਿ ਵੀ ਸ਼ਾਇਦ ਲੈਬ ਮੇਡ ਵਾਇਰਸ ਨਾ ਹੋਵੇ, ਕਿਉਂਕਿ ਨੈਚੁਰਲ ਵਾਇਰਸ ਹੁੰਦੀਆਂ ਨੇ, ਕੋਈ ਨਵੀਆਂ ਨਹੀਂ ਬਣਦੀਆਂ ਹੁੰਦੀਆਂ, ਪਹਿਲਾਂ ਹੀ ਪੁਰਾਣੀਆਂ ਹੁੰਦੀਆਂ ਨੇ ਇਹ। ਤਾਂ ਉਹਦਾ ਵਰਤਾਰਾ ਉੱਦਾਂ ਦਾ ਹੀ ਹੁੰਦਾ। ਉਹ ਵਰਤਾਰਾ ਬੜੀ ਸਪਸ਼ਟ ਰੂਪ 'ਚ ਅਸੀਂ ਦੱਸਿਆ ਸੀਗਾ ਸ਼ੁਰੂ 'ਚ ਵੀ ਕਿ ਇਹਦੇ 'ਚ 80% ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਲਾਮਤ ਨਹੀਂ ਹੁੰਦੀ, ਉਹ ਪੋਜ਼ੀਟਿਵ ਹੁੰਦੇ ਆ, ਸਿਰਫ ਉਹਨਾਂ ਨੂੰ ਕੋਈ ਲਾਮਤ ਨਹੀਂ ਹੁੰਦੀ। ਬਾਕੀ 20% ਜਿਹੜੇ ਹੁੰਦੇ ਆ ਉਹਨਾਂ 'ਚੋਂ ਅੱਗੇ 18% ਨੂੰ ਹਲਕੀਆਂ ਫੁਲਕੀਆਂ ਲਾਮਤਾਂ ਹੁੰਦੀਆਂ ਨੇ ਅਤੇ ਸਿਰਫ 2% ਨੂੰ ਉਹ ਲਾਮਤਾਂ ਹੁੰਦੀਆਂ ਨੇ ਕਿ ਉਹਨੂੰ ਹਸਪਤਾਲ ਜਾਣਾ ਪਵੇ। 98% ਨੂੰ ਜਾਂ ਤਾਂ ਬਿਨਾਂ ਕਿਸੇ ਲਾਮਤਾਂ ਤੋਂ ਜਾਂ ਹਲਕੀਆਂ ਫੁਲਕੀਆਂ ਲਾਮਤਾਂ ਨਾਲ ਉਹੀ ਵਾਇਰਸ ਇੱਕ ਵਾਰੀ ਟੀਕਾ ਲਾ ਜਾਂਦੀ ਹੈ ਆਪਣਾ ਅਤੇ ਮੁੜ ਕੇ ਕਈ ਸਾਲਾਂ ਤੱਕ ਫਿਰ ਮੁੜ ਕੇ ਨਹੀਂ ਹੁੰਦੀ ਉਹ ਵਾਇਰਸ। ਅਗਲੀ ਵਾਰੀ ਹੋਰ ਵਾਇਰਸ ਤਾਂ ਕਰ ਸਕਦੀ ਉਹਨੂੰ ਬਿਮਾਰ, ਲੇਕਿਨ ਉਹ ਵਾਇਰਸ 2-3 ਸਾਲਾਂ ਲਈ ਨਹੀਂ ਕਰੇਗੀ। ਸਰ ਮੈਂ ਇੱਕ WhatsApp ਪਰ ਤੁਹਾਨੂੰ ਭੇਜਿਆ ਤਾਂ ਪੜ੍ਹਿਆ ਦਾ ਵੀ ਜਿਹੜੇ ਆਪਾਂ ਟੈਸਟ ਕਰਾ ਰਹੇ ਹਾਂ ਪੋਜ਼ੀਟਿਵ ਆ ਗਿਆ ਵੀ ਪੋਜ਼ੀਟਿਵ ਕੋਈ ਮਸਲਾ ਨਹੀਂ, ਵੀ 10% ਦਾ ਪੋਜ਼ੀਟਿਵ ਆਏਗਾ ਜਿਹੜਾ ਮਰਜ਼ੀ ਟੈਸਟ ਕਰਾਈ ਜਾਓ। ਬਿਲਕੁਲ ਕੱਲ੍ਹ ਔਰ ਤੁਸੀਂ ਅਗਰ ਸਾਹ ਪ੍ਰਣਾਲੀ ਦੀਆਂ ਵਾਇਰਸਾਂ 10 ਵਾਇਰਸਾਂ ਪਰ ਟੈਸਟ ਕਰੀਏ ਹਰ ਬੰਦੇ 'ਚ ਤਾਂ ਘੱਟੋ ਘੱਟ 3-4 ਹਰ ਬੰਦੇ 'ਚ ਪੋਜ਼ੀਟਿਵ ਆਉਣਗੀਆਂ। ਹੁਣ ਇਹ ਇੱਕ ਸ਼ਰਾਰਤ ਹੈ ਕਿ ਅਸੀਂ ਇਕੱਲੀ ਇੱਕ ਵਾਇਰਸ ਟੈਸਟ ਕਰ ਰਹੇ ਹਾਂ ਅਤੇ ਉਹਦਾ ਰੌਲਾ ਪਾਈ ਜਾ ਰਹੇ ਹਾਂ। ਜਿਹੜੀ ਪੁਰਾਣੀ H1N1 ਸੀਗੀ ਜਿਹਦਾ ਪਹਿਲਾਂ ਰੌਲਾ ਪੈ ਰਿਹਾ ਸੀ ਇਸ ਸਾਲ ਤੋਂ ਪਹਿਲਾਂ 2009 ਤੋਂ ਰੌਲਾ ਪੈ ਰਿਹਾ ਸੀ, 10 ਸਾਲ ਪੂਰਾ ਰੌਲਾ ਪਿਆ ਵੀ H1N1 ਖਾ ਜਾਏਗੀ ਤੁਹਾਨੂੰ। ਪਹਿਲਾਂ ਉਹ ਟੈਸਟ ਕਰਦੇ ਸੀਗੇ
ਉਦੋਂ ਉਹਦਾ ਆਰਾਮ ਰੌਲਾ ਪਾਈ ਜਾਂਦੇ ਸੀਗੇ, ਹੁਣ ਉਹ ਟੈਸਟ ਕਰਨੀ ਬੰਦ ਕਰਤੀ। ਹਿਸਾਬ ਲਾ ਲਓ ਵੀ ਜਿਹੜੀ H1N1 ਹੁਣ ਟੈਸਟ ही नहीं हो रही हो। अच्छा डॉक्टर साहब एक बात और भी है, मेरे ख्याल है जब बंदा कोई हस्पताल जा उसका कोई वैसे बीमारी तैਨੂੰ कोई होर है, जब कोरोना टेस्ट पॉजिटिव है डर गए बंदा मतलब कि दहशत के भी चले जाए। ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਕੱਲਾ ਦਹਿਸ਼ਤ ਦੀ ਗੱਲ ਨਹੀਂ ਹੈ। ਜਦੋਂ ਤੁਸੀਂ ਇੱਕ ਬਿਮਾਰੀ ਦਾ ਨਾਂ ਲੈ ਕੇ ਬੰਦੇ ਨੂੰ ਡਰਾ ਰਹੇ ਹੋ ਔਰ ਉਹਦਾ ਇੰਨਾ ਜ਼ਿਆਦਾ ਦਹਿਸ਼ਤ ਪਾਤੀ ਹੈ ਵੀ ਜਿਹਨੂੰ ਹੋ ਗਿਆ ਤਾਂ ਉਹਦਾ ਗਿਆ, ਹਾਲਾਂਕਿ ਸੱਚ ਇਹ ਬਿਲਕੁਲ ਵੀ ਨਹੀਂ ਹੈ। ਇੱਕ ਝੂਠ ਤੁਸੀਂ ਲੋਕਾਂ ਦੇ ਗਲ 'ਚ ਪਾਤਾ, ਝੂਠ ਇੰਨੀ ਵਾਰੀ ਬੋਲਿਆ, ਇੰਨਾ ਬਾਰ-ਬਾਰ ਬੋਲਿਆ ਕਿ ਆਮ ਜੇ ਬੰਦੇ ਨੂੰ ਸੱਚ ਲੱਗਣ ਲੱਗ ਗਿਆ ਕਿ ਉਹਦਾ ਜਿਹੜਾ ਜਿੱਦਾਂ ਆਪਾਂ ਕਿਹਾ ਵੀ 2% ਲੋਕਾਂ ਨੂੰ ਸਿਰਫ ਅਲਾਮਤਾਂ ਹੁੰਦੀਆਂ ਜਿਹੜੀਆਂ ਕਿ ਹਸਪਤਾਲ ਜਾਣ ਵਾਲੀਆਂ ਹੁੰਦੀਆਂ ਨੇ, ਉਹਦੇ 'ਚੋਂ ਅੱਗੇ ਬਹੁਤ ਥੋੜ੍ਹੇ ਬੰਦੇ ਜਿਹੜੇ ਨੇ ਉਹ ਗੰਭੀਰ ਰੂਪ 'ਚ ਬਿਮਾਰ ਹੁੰਦੇ ਆ ਅਤੇ ਉਹਨਾਂ 'ਚੋਂ ਬਹੁਤ ਥੋੜ੍ਹੇ ਜਿਹੇ ਬੰਦੇ ਮਰਦੇ ਆ। ਅਤੇ ਲੈ ਦੇ ਕੇ 1000 ਬੰਦਾ ਅਗਰ ਪੋਜ਼ੀਟਿਵ ਹੋਵੇ ਤਾਂ ਬੰਦਾ ਇੱਕ ਮਰਦਾ, 999 ਬੰਦਿਆਂ ਨਾਲ ਤਾਂ ਠੀਕ ਹੋਣਾ। ਲੇਕਿਨ ਉਹਦਾ ਦਹਿਸ਼ਤ ਜਦੋਂ ਬੰਦੇ ਨੂੰ ਜਾ ਕੇ ਤੁਸੀਂ ਹਸਪਤਾਲ ਲੈ ਗਏ ਅਤੇ ਉਹਦੇ ਉੱਪਰ ਠੱਪਾ ਲੱਗ ਗਿਆ ਵੀ ਆਹ ਠੱਪਾ ਜੀ ਇਹਦਾ ਕਰੋਨਾ ਦਾ, ਤਾਂ ਉਹ ਬੰਦਾ ਤਾਂ ਮੂੰਹ ਹੀ ਦਹਿਸ਼ਤ ਨਾਲ ਮਰ ਜਾਏਗਾ। ਕਿਉਂਕਿ ਉਹਨੂੰ ਤੁਸੀਂ ਲਗਾਤਾਰ ਬਕਵਾਸ ਕਰਕੇ ਮੀਡੀਆ ਨੇ, ਮੁੱਖ ਧਾਰਾ ਮੀਡੀਆ ਨੇ ਐਂ ਕਨਵਿੰਸ ਕਰਾਤਾ ਹੋਇਆ ਵੀ ਜਿਹਨੂੰ ਇਹ ਹੋ ਗਿਆ ਉਹ ਤਾਂ ਗਿਆ। ਤਾਂ ਉਹਦੇ 'ਚ ਕੁਦਰਤੀ ਗੱਲ ਹੈ, ਜੇ ਉਹ ਜਦੋਂ ਉਹਨੂੰ ਡਰ ਹੀ ਗਿਆ ਬੰਦਾ ਤਾਂ ਡਰ ਕੇ ਤਾਂ ਬੰਦਾ ਆਪਣੇ ਪੁਰਾਣੇ ਸੱਭਿਆਚਾਰ ਵਿੱਚ ਹੀ ਤੈਨੂੰ ਪਤਾ ਵੀ ਇਹ ਨੋਨ ਹੈ ਕਿ ਦਹਿਲ ਕੇ ਬੰਦਾ ਮਰ ਗਿਆ। ਪੰਜਾਬੀ 'ਚ ਇੱਕ ਮੁਹਾਵਰਾ ਹੁੰਦਾ ਸੀਗਾ ਵੀ ਬੰਦਾ ਦਹਿਲ ਕੇ ਮਰ ਗਿਆ। ਗੱਲ ਕੋਈ ਮਰਨ ਵਾਲੀ ਹੈ ਨਹੀਂ ਸੀਗੀ, ਪਰ ਬੰਦਾ ਦਹਿਲ ਗਿਆ। ਲੋਕ ਸੱਪਾਂ ਤੋਂ ਦਹਿਲ ਕੇ ਮਰ ਜਾਂਦੇ ਸੀਗੇ, ਭੂਤਾਂ ਪ੍ਰੇਤਾਂ ਤੋਂ ਦਹਿਲ ਕੇ ਮਰ ਜਾਂਦੇ ਸੀਗੇ। ਤਾਂ ਉਹ ਜਿਹੜਾ ਦਹਿਲਣਾ ਹੈ ਉਹ ਬੜਾ ਹੀ ਖਤਰਨਾਕ ਹੁੰਦਾ ਹੈ, ਕਿਉਂਕਿ ਉਹਦੇ 'ਚ ਜਦੋਂ ਬੰਦਾ ਦਹਿਲ ਜਾਂਦਾ ਤਾਂ ਉਹਦੀ ਜਿਹੜੀ ਸਰੀਰ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ ਇੱਕਦਮ ਡਿਪ ਕਰਦੀ ਹੈ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ, ਜਾਣ ਸਾਰ ਵਾਇਰਲ ਫੀਵਰ ਸਟੀਰੋਇਡ ਠੋਕ ਦਿੰਦੇ ਆ। ਸਟੀਰੋਇਡ ਕਿਉਂ ਠੋਕਦੇ ਆ? ਕਿਉਂਕਿ ਸਟੀਰੋਇਡ ਤੁਸੀਂ ਲਾਇਆ ਨਹੀਂ, ਨਾਲ ਦੀ ਨਾਲ ਬੁਖਾਰ ਥੱਲੇ ਅਤੇ ਬੰਦੇ ਨੂੰ ਲੱਗਦਾ ਬੱਲੇ ਬੱਲੇ ਮੈਂ ਤਾਂ ਠੀਕ ਹੋ ਗਿਆ। ਲੇਕਿਨ ਠੀਕ ਬਾਹਰੀ ਰੂਪ 'ਚੋਂ ਠੀਕ ਹੋ ਗਿਆ, ਅਲਾਮਤਾਂ ਉਹਦੀਆਂ ਠੀਕ ਹੋ ਗਈਆਂ, ਲੇਕਿਨ ਉਹ ਅਲਾਮਤਾਂ ਤਾਂ ਕੁਦਰਤ ਤੁਹਾਨੂੰ ਠੀਕ ਕਰਨ ਲਈ ਕਰ ਰਹੀ ਸੀ। ਬੁਖਾਰ ਪੈਦਾ ਕਰ ਰਹੀ ਸੀ, ਸਿਰ ਦਰਦ ਕਰ ਰਹੀ ਸੀ, ਜ਼ੁਕਾਮ ਲਾ ਰਹੀ ਸੀ, ਉਹ ਤੁਹਾਨੂੰ ਤੁਹਾਡੀ ਜੜ੍ਹੋਂ ਖਤਮ ਕਰਨ ਲਈ ਸੀਗਾ। ਤੁਸੀਂ ਅਲਾਮਤਾਂ ਨੂੰ ਦੱਬਤਾ, ਲੇਕਿਨ ਬਿਮਾਰੀ ਉਲਟਾ ਵੱਧ ਗਈ। ਤਾਂ ਇਹ ਵਰਤਾਰਾ ਵੀ ਬਹੁਤ ਜ਼ਿਆਦਾ ਹੈ। ਅਤੇ ਜਾਣ ਸਾਰ ਤੁਸੀਂ ਵਾਇਰਲ ਫੀਵਰ ਸਟੀਰੋਇਡ ਠੋਕੋਗੇ, ਪੈਰਾਸਟਾਮੋਲ ਥੋਕ 'ਚ ਦਿਓਗੇ, ਦੇ ਡੋਲੋ 650 ਤੇ ਦੇਈ ਜਾਂਦੇ ਆ, ਅਤੇ 99 ਬੁਖਾਰ 'ਤੇ ਵੀ ਨਹੀਂ ਚੜ੍ਹਨ ਦਿੰਦੇ। ਜਦੋਂ ਕਿ ਫਾਦਰ ਆਫ ਮੈਡੀਸਨ ਕਹਿ ਗਿਆ 2000 ਸਾਲ ਪਹਿਲਾਂ, ਗਿਵ ਮੀ ਫੀਵਰ ਆਈ ਵਿਲ ਕਿਉਰ ਐਵਰੀ ਡਿਜ਼ੀਜ਼, ਵੀ ਮੈਨੂੰ ਬੁਖਾਰ ਦੇ ਦਿਓ ਮੈਂ ਸਾਰੀਆਂ ਬਿਮਾਰੀਆਂ ਠੀਕ ਕਰ ਦੂੰਗਾ। ਬੁਖਾਰ ਮਤਲਬ ਦਵਾਈ ਇੱਕ? ਹਾਂ, ਬੁਖਾਰ ਦਵਾਈ ਨਹੀਂ, ਬੁਖਾਰ ਸਾਡੇ ਸਰੀਰ ਦੀ AK-47 ਹੈ ਜੀ। ਜਿਵੇਂ ਫੌਜੀ ਦੇ ਬਾਰਡਰ 'ਤੇ ਖੜੇ ਫੌਜੀ ਦੀ ਬੰਦੂਕ ਖੋਲੋ ਤੁਸੀਂ, ਉੱਦਾਂ ਬੁਖਾਰ ਤਾਰਨਾ। ਉਹ ਲਗਾਤਾਰ ਅਸੀਂ ਸ਼ੁਰੂ ਤੋਂ ਇਹ ਕਹਿ ਰਹੇ ਹਾਂ ਵੀ ਬੁਖਾਰ ਨਹੀਂ ਤਾਰਨਾ, ਬੁਖਾਰ ਨਹੀਂ ਤਾਰਨਾ, ਬੁਖਾਰ ਨਾ ਤਾਰੋ, ਬੁਖਾਰ ਨਾ ਤਾਰੋ। ਬੁਖਾਰ ਤਾਰੋਗੇ ਤਾਂ ਆਪਣੇ ਆਪ ਨੂੰ ਤੁਸੀਂ ਜ਼ਿਆਦਾ ਮਰਨ ਦੀ ਜਾਂ ਜ਼ਿਆਦਾ ਉਲਝਣ ਦੀ ਸਮੱਸਿਆ ਲੈ ਰਹੇ ਹੋ ਰਿਸਕ। ਤਾਂ ਬੁਖਾਰ ਉਤਾਰਨਾ ਉੱਦਾਂ ਹੀ ਹੈ ਜਿੱਦਾਂ ਤੁਸੀਂ ਫੌਜੀ ਦੀ ਬੰਦੂਕ ਖੋਲੀ ਤੈਨੂੰ ਕਹੋ ਵੀ ਹੱਥਾਂ ਨਾਲ ਲੜ। ਤਾਂ ਇਸ ਕਰਕੇ ਗਲਤ ਬੰਦੇ ਕਿਉਂ ਮਰ ਰਹੇ ਆ? ਇੱਕ ਤਾਂ ਦਹਿਲ ਕੇ ਮਰ ਰਹੇ ਆ ਜਾਂ ਗਲਤ ਟਰੀਟਮੈਂਟ ਨਾਲ ਮਰ ਰਹੇ ਆ। ਅਤੇ ਉੱਥੇ ਦਾ ਮਾਹੌਲ ਜਿਹੜਾ ਐਡਾ ਖਤਰਨਾਕ ਬਣਾ ਰੱਖਿਆ ਕਿ ਉੱਥੇ ਜਾ ਕੇ ਲੋਕਾਂ ਦੇ ਚਿਹਰਿਆਂ 'ਤੇ ਡਰ ਹੈ, ਮੁਲਾਜ਼ਮਾਂ ਦੇ ਚਿਹਰੇ 'ਤੇ ਵੀ ਡਰ ਹੈ, ਡਾਕਟਰ ਵੜਦੇ ਹੀ ਨਹੀਂ ਉੱਥੇ, ਅਤੇ ਸਭ ਨੇ ਅਜੀਬ ਜਿਹੇ ਕੱਪੜੇ ਪਾ ਰੱਖੇ ਆ, ਅਜੀਬ ਜਿਹਾ ਉਹਨਾਂ ਦਾ ਹੁਲੀਆ, ਉਹ ਤੁਹਾਡੇ ਨੇੜੇ ਹੀ ਨਹੀਂ ਲੱਗਦੇ, ਦੂਰੋਂ ਜੇ ਕਰਕੇ ਤੁਹਾਨੂੰ ਦਿੰਦੇ ਆ ਐਂ ਜੇ ਜਿਵੇਂ ਕਿਤੇ ਕੋਈ ਰੇਡੀਏਸ਼ਨ ਹੈ ਤੁਹਾਨੂੰ ਲੱਗ ਜਾਏਗੀ। ਤਾਂ ਉਹ ਐਸੀ ਦਹਿਸ਼ਤ ਪਾਈ ਹੋਈ ਹੈ, ਮਤਲਬ ਬੰਦਾ ਦੇਖ ਕੇ ਹੀ ਬੰਦਾ ਤਾਂ ਮੂੰਹ ਮਰ ਜਾਂਦਾ। ਜਿਹੜੀਆਂ ਮੈਂ ਤਾਂ ਦੇਖਿਆ ਕੋਈ ਬੰਦਾ ਜਿਹੜਾ ਹਸਪਤਾਲ ਨਹੀਂ ਜਾਂਦਾ ਉਹ ਨਹੀਂ ਮਰਿਆ। ਬਿਲਕੁਲ, ਇਹ ਬਹੁਤ ਬੜਾ ਮਸਲਾ। ਲੋਕ ਵੀ ਕਹਿਣ ਕਹਾਂ ਵੀ ਸਾਰੇ ਲੋਕਾਂ ਨੂੰ ਇਹ ਸਾਰੇ ਕਹਿ ਰਹੇ ਵੀ ਜਿਹੜਾ ਬੰਦਾ ਹਸਪਤਾਲ ਜਾਂਦਾ ਸਿਰਫ ਉਹੀ ਮਰਦਾ। ਜਿਹੜੇ ਬੰਦੇ ਬਾਹਰ ਫਿਰਦੇ ਆ ਉਹ ਜਿਹੜਾ ਬੰਦਾ ਹਸਪਤਾਲ ਨਹੀਂ ਜਾਂਦਾ ਉਹਦਾ ਨਹੀਂ ਮਰਦਾ ਨਹੀਂ ਹੈ। ਜਿਹੜੇ ਬੰਦੇ ਜ਼ਿਆਦਾ ਹੀ ਕੁਛ ਐਰਿਸਟੋਕ੍ਰੈਟਿਕ ਨੇ ਅਤੇ ਫਟਾਫਟ ਜਾ ਕੇ ਟੈਸਟ ਕਰਾ ਲੈਂਦੇ ਆ ਅਤੇ ਫਿਰ ਹਸਪਤਾਲ ਦਾ ਲੈਂਡ ਕਰ ਜਾਂਦੇ ਆ। ਟੈਸਟ ਕਰਾਇਆ ਅਤੇ ਫਿਰ ਤੋਂ ਚੱਕ ਕੇ ਵੈਸੇ ਹਸਪਤਾਲ ਲੈ ਜਾਂਦੇ ਆ। ਤਾਂ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਇਹ ਬਹੁਤ ਖਤਰਨਾਕ ਵਰਤਾਰਾ। ਇੱਕ ਆਮ ਜੀ ਇਨਫੈਕਸ਼ਨ ਨੂੰ ਖਤਰਨਾਕ ਇਨਫੈਕਸ਼ਨ ਬਣਾ ਕੇ ਤੁਸੀਂ ਆਪਣਾ ਏਜੰਡਾ ਪੂਰਾ ਕਰਨਾ ਚਾਹੁੰਦੇ ਹੋ। ਉਹਦੇ ਅੰਦਰ ਬਹੁਤ ਸਾਰਾ ਏਜੰਡਾ ਜਿਹੜਾ ਪੋਲੀਟੀਕਲ ਏਜੰਡਾ, ਬਹੁਤ ਸਾਰਾ ਏਜੰਡਾ ਇੰਟਰਨੈਸ਼ਨਲ ਲੈਵਲ 'ਤੇ ਪਲਾਨ ਕੀਤਾ ਗਿਆ। ਬਹੁਤ ਸਾਰਾ ਏਜੰਡਾ ਆਪਾਂ ਦੇਖ ਰਹੇ ਹਾਂ ਆਪਣੇ ਆਲੇ ਦੁਆਲੇ ਜਿਹੜੇ ਏਜੰਡੇ ਚੱਲ ਰਹੇ ਆ ਕਿ ਕਿਵੇਂ ਨੈਸ਼ਨਲ ਗਵਰਨਮੈਂਟ ਨੂੰ ਵੀ ਸੂਟ ਕਰ ਰਿਹਾ, ਸਾਡੀ ਸਟੇਟ ਗਵਰਨਮੈਂਟ ਨੂੰ ਵੀ ਸੂਟ ਕਰ ਰਹੇ ਆ, ਕਿਉਂਕਿ ਉਹਨਾਂ ਦੇ ਖਿਲਾਫ ਜਿਹੜੀ ਬਗਾਵਤ ਹੋ ਰਹੀ ਹੈ, ਪ੍ਰੋਟੈਸਟ ਹੋ ਰਹੇ ਆ, ਉਹਨੂੰ ਦਬਾਉਣ ਲਈ, ਉਹਨੂੰ ਕੰਟੇਨ ਕਰਨ ਲਈ ਉਹਦੇ ਇੱਕ ਦਲੀਲ ਦੇ ਤੌਰ 'ਤੇ ਵਰਤਿਆ ਜਾ ਰਿਹਾ ਵੀ ਤੁਸੀਂ ਨਾ ਤੁਹਾਡੇ ਸਾਹਮਣੇ ਲੱਖਾਂ ਲੋਕ ਜਿਹੜੇ ਨੇ ਅੰਦੋਲਨਾਂ 'ਚ ਫਿਰਦੇ ਆ। ਹਾਂ ਡਾਕਟਰ ਸਾਹਿਬ, ਮੈਂ ਉਹ ਬਾਤ ਵੀ ਕਰਨ ਲੱਗਿਆ ਦਾ ਕਿਸਾਨੀ ਕੋਲ ਮੈਂ ਥਵੇਂ ਵੀ ਗਏ, ਮੈਂ ਵੀ ਰਹਿ ਕੇ ਇੱਥੇ 15 ਲੱਖਾਂ ਬੰਦਾ ਫਿਰ ਰਿਹਾ। ਉਹਨਾਂ ਦਾ ਕਿੱਥੇ ਉਹ ਕੋਈ ਬੰਦਾ ਬਿਮਾਰ ਗਿਆ? ਮੈਂ ਕਹਿੰਦਾ ਉੱਥੇ ਤਾਂ ਆਮ ਬਿਮਾਰੀ ਬੰਦਾ, ਕਿਉਂਕਿ ਸਾਰੇ ਇਕੱਠੇ ਹੈ, ਡਰ ਹੈ ਹੀ ਨਹੀਂ ਕਿਸੇ ਚੀਜ਼ ਦਾ। ਨਾ ਕੱਲਾ ਲੱਖਾਂ ਬੰਦੇ ਨਹੀਂ ਉੱਥੇ ਹੈਗੇ, ਉਹ ਲੱਖਾਂ ਬੰਦੇ ਲਗਾਤਾਰ ਪੰਜਾਬ 'ਚ ਆ ਰਹੇ ਆ, ਪੰਜਾਬ 'ਚੋਂ ਜਾ ਰਹੇ ਆ। ਜੀ ਮਤਲਬ ਉਸ ਪੂਰਾ ਪੰਜਾਬ ਜਿਹੜਾ ਹੈ ਉਹ ਲੱਖਾਂ ਬੰਦਿਆਂ ਦੇ ਨਾਲ ਫਿਜ਼ੀਕਲੀ ਜੁੜਿਆ ਹੋਇਆ। ਉੱਥੇ ਸੈਂਕੜੇ ਟਰਾਲੀਆਂ ਰੋਜ਼ ਆਉਂਦੀਆਂ ਨੇ, ਸੈਂਕੜੇ ਟਰਾਲੀਆਂ ਜਾਂਦੀਆਂ ਨੇ। ਇਹਦਾ ਮਤਲਬ ਸਾਰਾ ਪੰਜਾਬ ਹੀ ਮਰ ਜਾਂਦਾ ਫਿਰ ਤਾਂ। ਬਿਲਕੁਲ, ਇਕੱਲੇ ਉਹ ਲੱਖਾਂ ਬੰਦੇ ਉੱਥੇ ਇਕੱਲੇ ਨਹੀਂ ਹੈ, ਇਹ ਨਹੀਂ ਵੀ ਉਹੀ ਬੈਠੇ ਆ। ਉਹਨਾਂ 'ਚੋਂ ਬਹੁਤ ਸਾਰੇ ਬੰਦੇ ਜਿਨ੍ਹਾਂ ਦੀ ਘਰ ਦੀਆਂ ਮਜਬੂਰੀਆਂ ਨੂੰ ਆ ਰਹੇ ਆ, ਜਿਹੜੇ ਉਹ ਵਾਰੀਆਂ ਬੰਨੀਆਂ ਹੋਈਆਂ ਉਹਨਾਂ ਨੇ। ਅਤੇ ਹੁਣ ਤੱਕ ਤਾਂ ਫਿਰ ਉਹਨਾਂ ਨੂੰ ਤਾਂ 3 ਮਹੀਨੇ ਹੋ ਗਏ ਆਉਂਦੇ ਜਾਂਦੇ ਨੂੰ। ਫਿਰ ਤਾਂ ਇਹਦਾ ਮਤਲਬ ਸਾਰਿਆਂ ਨੂੰ ਹੋ ਜਾਣਾ ਚਾਹੀਦਾ ਸੀ ਇੱਥੇ, ਅਤੇ ਗੱਲ ਕੁਛ ਵੀ ਨਹੀਂ ਹੈ ਵਿੱਚੋਂ।
डॉक्टर साहब हूँ इस सारे मसले के रौले के बीच इलाज का भी कराया जा रहा है, फिर वैक्सीन आ गई है, पूरी दुनिया के बीच प्रचार करेगा, हिंदुस्तान के बीच टीके लग रहे हैं, बहुत सारे लोग फेसबुक पर पा रहे हैं भी मैं टीका लवा लिया तो मैं कोरोना से बच जाऊँगा। देखो वैक्सीन ਦੀ 2-3 ਆਰਗੂਮੈਂਟ ਜਿਹੜੇ ਨਾ ਇਹ ਅਸੀਂ ਸ਼ੁਰੂ ਤੋਂ ਦੇ ਰਹੇ ਹਾਂ। ਪਹਿਲੀ ਗੱਲ ਕਿ ਸਾਹ ਪ੍ਰਣਾਲੀ ਦੀਆਂ ਵਾਇਰਸਾਂ ਜਿਹੜੀਆਂ ਨੇ ਨਾ ਤਾਂ ਇਹਨਾਂ ਨੂੰ ਫੈਲਣੋਂ ਰੋਕਿਆ ਜਾ ਸਕਦਾ, ਫੈਲਣੋਂ ਰੋਕਿਆ ਹੀ ਨਹੀਂ ਜਾ ਸਕਦਾ ਕਿਉਂਕਿ ਹਵਾ ਰਾਹੀਂ ਫੈਲਣੀਆਂ ਨੇ। ਮੈਂ ਗੱਲ ਕਰ ਰਿਹਾ ਤੇ ਮੇਰੇ ਮੂੰਹ 'ਚੋਂ ਜਿਹੜਾ ਪਫ ਨਿਕਲ ਰਿਹਾ ਹੈ, ਜਿਹੜਾ ਮੈਨੂੰ ਦਿਸ ਨਹੀਂ ਰਿਹਾ, ਉਹ ਪਫ ਹਰ ਬੰਦੇ ਦੇ ਮੂੰਹ 'ਚੋਂ ਨਿਕਲਦਾ, ਉਹਦੇ ਅੰਦਰ ਹਜ਼ਾਰਾਂ ਕਿਸਮ ਦੀਆਂ ਵਾਇਰਸ ਹੁੰਦੀਆਂ ਨੇ। ਆਪਾਂ 10 ਬੰਦੇ ਖੜ੍ਹੇ ਹਾਂ ਤਾਂ 10 ਦੀਆਂ ਵਾਇਰਸ ਸਾਂਝੀਆਂ ਹੋ ਜਾਣੀਆਂ, 10 ਦੇ ਅੰਦਰ ਚਲਾਈ ਜਾਣੀਆਂ ਨੇ। तो इस करके इन्हों फैलन तो नहीं रोकया जा सकता, कोई मास्क नहीं रोक सकती, कोई सोशल डिस्टेंसिंग नहीं रोक सकता, कोई काठा कुठा तो करना कहता कोई फायदा ही नहीं होता। एवं फालतू की वर्जिश जी है भंगड़ा पाया जा रहा पूरे का पूरे समाज का कि थोक च मास्क लाओ तो फिर एक दूसरे मिलो ना, तो हथ ना मिलाओ, तो जफ्फी ना पाओ, तो घर तो लोगों ताड़ रखा। ये सारे का सारा कि कोई विज्ञानक आधार नहीं है। नंबर 2 तो जो वैक्सीन है, वैक्सीन के देखो 2-3 आर्गूमेंट बड़े स्पष्ट ने। पहली गल तो जी साह प्रणाली दी वायरसिस ने इन्नियां क्विकली फैलदियां ने तो उन्नी तेजी नाल म्यूटेट कर जांदियां ने। म्यूटेशन लफ्ज़ हुंदा है, एक साइंस का लफ्ज़ है म्यूटेशन। वायरस बहुत जल्दी म्यूटेट करती है, खास करके साह प्रणाली दी वायरसिस कि तुसीं अज जिहड़ी वायरस है, हुण आप ही कह रहे हैं ना, आप कहते नवीं वायरस आ गई, कह रहे हैं ना हुण भी इंग्लैंड तो जी नवीं वायरस आ गई, 6 महीने जी कहने लगे भी नवीं वायरस आ गई, तो अगले 6 महीने होर नवीं आ जाएगी। फिर तुसीं वैक्सीन किवें बना लोगे? वैक्सीन तो आना 2 साल बाद, 2 साल भी घट्टो घट्ट है, 5 साल कहते अपने आप को 5 साल बाद आना चाहिए, 5 साल लगते हैं टैसट कर लगे। तो जे इस बार तो डॉक्टर साहब वैक्सीन बड़ी छेती लेके आए, मतलब बस वो काली सी ना, धंधा करना सी, डराए हुए सी, डराया इस वास्ते डराया भी धंधा करना बहुत बड़ा धंधा है। जे तुसीं हिसाब ला लो 800 करोड़ लोगों को वैक्सीन लगनी है और साल 2 बारी लगनी है, इदों बड़ा कोई धंधा हो सकता? बहुत बड़ा धंधा है। डॉक्टर साहब वैक्सीन के लग के भी क्या गारंटी है भी कोई वायरस नहीं आएगा? नहीं, पहली गल तो फ्लू करने वाली एक वायरस नहीं है। ਜਿਹੜੀ ਵਾਇਰਲ ਨਮੋਨੀਆ ਕਰਦੀਆਂ ਵਾਇਰਸ ਨੇ, ਇਕੱਲੀ ਕਰੋਨਾ ਥੋੜ੍ਹਾ ਕਰਦੀ ਹੈ। ਕਰੋਨਾ ਜਸਟ ਇੱਕ ਫੈਮਿਲੀ ਹੈ, ਕਰੋਨਾ ਵੀ ਫੈਮਿਲੀ ਹੈ। ਕਰੋਨਾ ਦੇ ਅੰਦਰ ਫਿਰ ਅੱਗੇ ਸੈਂਕੜੇ ਵਾਇਰਸਿਸ ਨੇ। ਸੋ ਕਰੋਨਾ ਇੱਕ ਫੈਮਿਲੀ ਹੈ, ਉਹਦੇ ਵਰਗੀਆਂ ਹੋਰ ਜ਼ਿਆਦਾ ਫੈਮਿਲੀਜ਼ ਨੇ। ਕੋਈ ਫਲੂ ਏ, ਇਨਫਲੂਐਂਜਾ ਏ ਹੈ, ਕੋਈ ਇਨਫਲੂਐਂਜਾ ਬੀ ਹੈ, ਕੋਈ ਪੈਰਾ ਇਨਫਲੂਐਂਜਾ ਹੈ, ਕੋਈ ਕਿੰਨੀਆਂ ਵਾਇਰਸਿਸ ਨੇ। ਤਾਂ ਉਹਨਾਂ ਵਾਇਰਸਿਸ 'ਚੋਂ ਇੱਕ ਕਰੋਨਾ ਹੈ। ਜੇ ਤੁਸੀਂ ਕਰੋਨਾ ਦਾ ਵੈਕਸੀਨ ਲਾ ਵੀ ਦਿੱਤਾ ਤਾਂ ਬਾਕੀ ਵਾਇਰਸਿਸ ਦਾ ਤੁਸੀਂ ਗਰੰਟੀ ਲੈਂਦੇ ਹੋ ਵੀ ਉਹਦਾ ਵਾਇਰਲ ਨਮੋਨੀਆ ਨਹੀਂ ਹੋਊਗਾ? ਕੋਈ ਗਰੰਟੀ ਨਹੀਂ ਹੈ। कोई अज मैनू बंदा कह ਜਿਹੜੇ ਬੰਦੇ ਟੀਕਾ ਲਾ ਰਹੇ ਜਾਂ ਜਿਹੜੇ ਬੰਦੇ ਟੀਕਾ ਰਿਕਮੈਂਡ ਕਰ ਰਹੇ ਉਹ ਕੀ ਤੁਸੀਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਅੱਜ ਮੈਂ ਜੇ ਇਹਦਾ ਟੀਕਾ ਲਵਾ ਲੂੰਗਾ ਤਾਂ ਪਹਿਲੀ ਗੱਲ ਤਾਂ ਇਹ ਗਰੰਟੀ ਨਹੀਂ ਦੇ ਸਕਦੇ ਵੀ ਮੈਨੂੰ ਕਰੋਨਾ ਦੁਬਾਰਾ ਨਹੀਂ ਹੋਊਗਾ। ਕੋਈ ਇਹ ਗਰੰਟੀ ਨਹੀਂ ਦੇ ਸਕਦਾ। ਨੰਬਰ 2 ਤੇ ਕਰੋਨਾ ਨਹੀਂ ਹੋਊਗਾ ਤਾਂ ਕੀ ਜਿਹੜੇ ਹੋਰ ਕੋਈ ਫਲੂ ਆ ਉਹ ਨਹੀਂ ਹੋਊਗਾ? ਇਸ ਗੱਲ ਦੀ ਕੋਈ ਗਰੰਟੀ ਦੇ ਸਕਦਾ? ਕੋਈ ਨਹੀਂ ਦੇ ਸਕਦਾ। ਸੋ ਨਾ ਤਾਂ ਤੁਸੀਂ ਕਰੋਨਾ ਦਾ ਵੈਕਸੀਨ ਬਣ ਸਕਦਾ ਕਿਉਂਕਿ ਉਹਦੀ ਮਿਊਟੇਸ਼ਨ ਬਹੁਤ ਜ਼ਿਆਦਾ ਹੈ, ਬਣ ਹੀ ਨਹੀਂ ਸਕਦਾ ਵੈਕਸੀਨ ਦਾ। ਫਲੂ ਵਾਇਰਸ ਦਾ ਵੈਕਸੀਨ ਬਣਨਾ ਇੰਪੋਸੀਬਲ ਹੈ। ਪਹਿਲਾਂ H1N1 ਦਾ ਬਣਾਇਆ ਸੀ ਇਹਨਾਂ ਨੇ, ਫੇਲ ਵੈਕਸੀਨ ਸੀਗਾ ਉਹ, कोई कभी कामयाब नहीं होया, कभी कोई प्रूफ नहीं आया कि उन्हें कोई प्रोटेक्शन देती क्योंकि वो दिन फिर म्यूटेशन बहुत क्विक है, हर 6 महीने बाद वायरस बदल जाती है। तो वो नहीं हो सकता। फिर वायरस कल्ली करोना नहीं है, होर बहुत सारिया वायरसिस ने। वो सवाल तो नमोनीया का ना, ਜਿਹੜੇ 2% ਲੋਕਾਂ ਨੂੰ ਨਮੋਨੀਆ ਹੋਣ ਦੀ ਸੰਭਾਵਨਾ 100 ਚੋਂ, ਉਹ 2% ਹੋਰ ਵਾਇਰਸ 'ਚ ਵੀ ਹੈਗੀ ਆ। तो ਇਹਦਾ ਮਤਲਬ ਹੈ ਵੀ ਤੁਸੀਂ ਫਿਰ ਤਾਂ ਵੈਕਸੀਨ ਲਵਾਏ ਪਾਗਲ ਹੋ ਗਏ ਤੁਸੀਂ। ਮਤਲਬ ਤੁਸੀਂ ਅਸੀਂ ਇੱਕ ਜਿਹਨੂੰ ਕਹਿੰਦੇ ਆ ਉਹ ਭੱਜ ਰਹੇ, ਪਰਛਾਈ ਦੇ ਪਿੱਛੇ ਭੱਜ ਰਹੇ ਆ ਜਿਹੜੀ ਪਕੜ 'ਚ ਨਹੀਂ ਆਉਣੀ ਕਦੀ ਵੀ। ਤਾਂ ਨਾ ਤਾਂ ਫਲੂ ਦੀ ਵਾਇਰਸਿਸ ਪਕੜ 'ਚ ਆ ਸਕਦੀਆਂ ਨੇ, ਨਾ ਕਰੋਨਾ ਪਕੜ 'ਚ ਆ ਸਕਦੀ ਹੈ। ਉਹ ਇਸ ਕਰਕੇ ਇਹ ਤਾਂ ਐਵੇਂ ਫਾਲਤੂ ਦਾ ਭੰਗੜਾ ਪਾਇਆ ਜਾ ਰਿਹਾ। ਉਹਦੇ ਪਿੱਛੇ ਏਜੰਡਾ ਡਿਫਰੈਂਟ, ਹਿਡਨ ਏਜੰਡਾ। ਉਹ ਹਿਡਨ ਏਜੰਡਾ ਪੂਰਾ ਕਰਨ ਵਾਸਤੇ ਇਹਨੂੰ ਵਾਇਰਸ ਨੂੰ ਦਾ ਪੂਰੀ ਪਲੈਨਿੰਗ ਕੀਤੀ ਗਈ ਹੈ। ਪੂਰਾ ਪਲੈਨਡ ਤਰੀਕੇ ਦੇ ਨਾਲ ਉਸ ਏਜੰਡੇ ਨੂੰ ਲਾਗੂ ਕਰਨ ਲਈ ਉਹ ਏਜੰਡਾ ਤਾਂ ਆਪਾਂ ਨੂੰ ਦਿਸ ਰਿਹਾ। ਜੇ ਧੜ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ, ਧੜ ਵੇਚਿਆ ਜਾ ਰਿਹਾ ਸਾਰਾ ਹਿੰਦੁਸਤਾਨ, ਧੜ ਜਿਹੜੀ ਆ ਖੇਤੀ ਜਿਹੜੀ ਉਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੇਤੀ ਕਾਨੂੰਨ ਲਿਆ ਕੇ, ਜਾਂ ਬਾਕੀ ਜਿਹੜੇ ਲॉज ਆ ਰਹੇ ਸਾਰੇ एंटी लेबर लॉज आ रहे हैं, एंटी डेमोक्रेटिक राइट्स लॉज आ रहे हैं, एंटी ह्यूमन राइट्स लॉज आ रहे हैं। किमें पत्रकारों के खिलाफ जी षड्यंत्र हो रहे हैं कि किमें और कंटेनमेंट करने की कोशिश की जा रही है कि कोई खिलाफ बोल ही ना सके। तो ये सारे का सारा एजेंडा जो लॉ आफ्टर लॉ लंबी लिस्ट पई है वो लियानी चाहते हैं। और हिंदुस्तान इस वेले वर्ल्ड ग्लोबल कॉरपोरेट लिए हिंदुस्तान एक बहुत बड़ी मंडी है। हिंदुस्तान तो बड़ी कोई मंडी नहीं हो सकती। उन्होंने दाव सारा इस गल से लग्या हुआ कि हिंदुस्तान साढ़े कब्जे च तुर चुके तो निकल ना जाए। वो कब्जा जफ्फा मारने की कोशिश कर रहे हैं कि हिंदुस्तान में असीं कब्जा कर लीए तो हिंदुस्तान की धरती से खास करके जमीनों के उपर कब्जा कर लीए। तो उस षड्यंत्र जी कुंडा तालाबंदी हुई थी इसके आम का सारे कारोबार ठप्प हुए। अपने चलो सारे कारपोरेटा की अपने कारपोरेट जो बानी डानी है कि आमदन अरबा खरबा वधी है आम सारा कुछ बिल ਜਿਹੜੇ ਕਾਰੋਬਾਰ ਠੱਪ ਹੋਏ हैं ये नहीं कि एक्सीडेंटली ठੱਪ ਹੋਏ हैं। इसे वास्ते ही बनाया गया इनू कि छोटे बिजनेस नू मारो
ਜਿੰਨਾ ਚ ਰੇਹੜੀ ਵਾਲਾ, ਫੜੀ ਵਾਲਾ, ਰਿਕਸ਼ੇ ਵਾਲਾ, ਟਰੱਕ ਵਾਲਾ, ਕਾਰ ਵਾਲਾ, ਛੋਟਾ ਬਿਜ਼ਨਸਮੈਨ ਹੈ, ਛੋਟਾ ਮੈਨੂਫੈਕਚਰਰ ਹੈ, ਛੋਟਾ ਵਪਾਰੀ ਹੈ, ਆੜ੍ਹਤੀ ਹੈ, ਇਹਨਾਂ ਨੂੰ ਮਾਰੋ। ਕਿਉਂ ਮਾਰ ਕੇ ਫਿਰ ਕਿਹਨੂੰ ਦੇਣਾ? ਉਹ ਵੱਡੇ ਨੂੰ ਦੇਣਾ। ਉਹਨਾਂ ਨੂੰ ਪਾਵਰਫੁਲ ਕਰਨ ਲਈ ਇਹ ਸਾਰਾ ਸਣੇ ਬੈਂਕ ਵਿੱਚ ਜਾ ਰਹੇ ਤੋਂ ਤੁਹਾਡੇ ਸਾਹਮਣੇ ਆ। ਈਵਨ ਬੈਂਕਸ ਜਿਹੜੇ ਨੇ, ਜਿਹੜੇ ਕਿ ਲਗਾਤਾਰ ਰਿਜ਼ਰਵ ਬੈਂਕ ਆਫ ਇੰਡੀਆ ਦੇ ਐਕਸ ਗਵਰਨਰ ਵੀ ਕਹਿ ਰਿਹਾ ਵੀ ਇਹ ਬੜਾ ਖਤਰਨਾਕ ਵਰਤਾਰਾ, ਤੁਸੀਂ ਬੈਂਕਸ ਵੀ ਉਹਨਾਂ ਨੂੰ ਦੇ ਰਹੇ ਹੋ। ਆਪ ਹੀ ਉਹ ਕਰਜ਼ਾ ਲੈਣ ਵਾਲੇ ਤੇ ਆਪ ਹੀ ਬੈਂਕਾਂ ਦੇ ਮਾਲਕ ਨੇ, ਫਿਰ ਤਾਂ ਤੁਹਾਡਾ ਪੈਸਾ ਖਾਣਗੇ। ਹਾਲੇ ਤਾਂ ਜੇ ਪਬਲਿਕ ਸੈਕਟਰ ਦੇ ਸੀਗੇ ਤਾਂ ਥੋੜ੍ਹੀ ਬਹੁਤੀ ਬੰਦਿਸ਼ ਸੀਗੀ ਕਿ ਤੁਹਾਡੇ ਤੇ ਕੋਈ ਕੰਡਾ ਹੈਗਾ। ਜਿਹੜਾ ਬੰਦਾ ਬੈਂਕ ਦਾ ਮਾਲਕ ਬਣਾਤਾ ਤੁਸੀਂ, ਉਹੀ ਉੱਥੋਂ ਲੋਨ ਲੈ ਰਿਹਾ, ਫਿਰ ਉਹ ਕਹੇ ਉਹ ਮੋੜੇਗਾ ਲੋਨ? ਉਹ ਕਹੇਗਾ ਮੈਨੂੰ ਕੀ ਲੋੜ ਮੋੜਨ ਦੀ, ਮੇਰਾ ਹੀ ਉਹ ਤਾਂ ਆਪਣਾ ਹੀ ਸਮਝ ਕੇ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਐਸਾ ਖਤਰਨਾਕ ਵਰਤਾਰਾ ਹੈ ਕਿ ਇਹਦੇ ਅੰਦਰ ਬਹੁਤ ਵੱਡੀ ਪੱਧਰ ਦੇ ਅੰਦਰ ਲੋਕਾਂ ਦਾ ਪੈਸਾ ਜਿਹੜਾ ਉਹ ਹੜੱਪ ਕੇ ਕਾਰਪੋਰੇਟ ਨੂੰ ਦੇਣਾ। ਔਰ ਉਹ ਕਾਰਪੋਰੇਟ ਸਾਰਾ, ਅੱਜ ਕੋਈ ਕਾਰਪੋਰੇਟ ਨੈਸ਼ਨਲ ਕਾਰਪੋਰੇਟ ਨਹੀਂ ਹੈ, ਅੱਜ ਵਰਲਡ ਕਾਰਪੋਰੇਟ ਹੈ। ਸਾਡੇ ਕਾਰਪੋਰੇਟ ਦੁਨੀਆ ਦੇ ਕਾਰਪੋਰੇਟ ਨਾਲ ਜੁੜੇ ਹੋਏ ਆ, ਉਹ ਇੱਕ ਪੂਰੀ ਚੇਨ ਬਣੀ ਹੋਈ ਹੈ। ਅਲਟੀਮੇਟਲੀ ਕੰਟਰੋਲ ਵਰਲਡ ਕਾਰਪੋਰੇਟ ਕਰ ਰਿਹਾ, ਕਿਉਂਕਿ ਅੱਜ ਪੈਸੇ ਦਾ ਵੀ ਅਗਰ ਜੇ ਕੋਈ ਕੰਟਰੋਲ ਹੈ ਤਾਂ ਵਰਲਡ ਕਾਰਪੋਰੇਟ ਕੋਲ ਹੈ। ਵਰਲਡ ਬੈਂਕ ਦੇ ਰਾਹੀਂ ਅਤੇ ਜਿਹੜੀਆਂ IMF ਨੇ ਅਤੇ ਹੋਰ ਇੰਸਟੀਟਿਊਸ਼ਨ ਦੇ ਰਾਹੀਂ ਉਹ ਸਾਰੇ ਦਾ ਸਾਰਾ ਕੰਟਰੋਲ ਜਿਹੜਾ ਉਹ ਜਿਹੜਾ ਹੈ ਉਹ ਵਰਲਡ ਕਾਰਪੋਰੇਟ ਕਰ ਰਿਹਾ। ਸੋ ਵਰਲਡ ਕਾਰਪੋਰੇਟ ਨੇ ਸਾਰਾ ਏਜੰਡਾ ਬਣਾਇਆ ਸੀਗਾ, ਉਹਨੂੰ ਪਲਾਨ ਕਰਕੇ ਬਣਾਇਆ ਸੀਗਾ, ਉਹਨੂੰ ਪੂਰਾ ਲਾਗੂ ਕਰ ਰਹੇ ਆ। ਅਜੇ ਤੱਕ ਵੀ ਕੋਈ ਇਹਨੂੰ ਇਫੈਕਟਿਵਲੀ ਰੋਕ ਨਹੀਂ ਸਕਿਆ। ਹਾਲਾਂਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੰਦੋਲਨ ਚੱਲ ਰਿਹਾ ਬਹੁਤ ਬੜਾ, ਔਰ ਹੌਲੀ ਹੌਲੀ ਲੋਕਾਂ ਨੂੰ ਸਮਝ ਆ ਰਹੀ ਹੈ, ਬੜੇ ਐਜੂਕੇਟ ਹੋ ਰਹੇ ਹੈ। ਲੇਕਿਨ ਇਹ ਛੜਯੰਤਰ ਦੇ ਬਾਰੇ ਅਜੇ ਵੀ ਕੋਈ ਸਿੱਧੇ ਤੌਰ 'ਤੇ ਵੱਡੀ ਕਿਸੇ ਤਾਕਤ ਨੇ ਇਹਨੂੰ ਐਂ ਨਹੀਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਇਹ ਜਿਹੜਾ ਇਹ ਬਿਮਾਰੀ ਦਾ ਜਿਹੜਾ ਹਊਆ ਲੈ ਕੇ ਆਂਦਾ ਗਿਆ, ਬਿਮਾਰੀ ਦਾ ਭੂਤ ਲਿਆਂਦਾ ਗਿਆ, ਇਹ ਵੀ ਕਿਤੇ ਨਾ ਕਿਤੇ ਪਲੈਨਡ ਆ ਉਸੇ ਏਜੰਡੇ ਨੂੰ ਲਾਗੂ ਕਰਨ ਲਈ ਜੀ, ਉਹਦਾ ਹੀ ਕਿੱਸਾ। ਡਾਕਟਰ ਸਾਹਿਬ, ਇਹ ਚੀਜ਼ ਨੂੰ ਇੱਕ ਮੈਂ ਸਵਾਲ ਕਰਨਾ ਚਾਹਾਂਗਾ ਵੀ ਵਿਗਿਆਨਕ ਸੋਚ ਕੇ ਨਾਂ ਪਰ ਬਹੁਤ ਪ੍ਰਚਾਰਿਆ ਗਿਆ। ਪੰਜਾਬ ਮੈਂ ਇੱਕ ਧੀਰਾ ਉਸਨੇ ਤਾਂ ਜਦੋਂ ਗੁਰਦੁਆਰੇ ਮੰਦਿਰ ਖੋਲ੍ਹੇਗੇ ਸੰਗਤਾਂ ਵਾਸਤੇ ਤਾਂ ਕਿਹਾ ਗਿਆ ਕਰੋਨਾ ਵਧੇਗਾ, ਫੈਲੇਗਾ, ਉਹ ਸਾਰਾ ਇਸ ਹੱਕਮਾ ਪ੍ਰਚਾਰ ਕਰ ਰਹੇ, ਉਹ ਵੀ ਇਸ ਏਜੰਡੇ ਨਾਲ ਸਹਿਮਤ ਹੋ ਗਏ? ਫਿਰ ਨਹੀਂ, ਉਹ ਕਨਫਿਊਜ਼ ਹੋ ਰਹੇ ਆ। ਉਹ ਦੋ ਗੱਲਾਂ ਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ। ਵਿਗਿਆਨ ਇੱਕ ਗੱਲ ਹੈ, ਸਾਇੰਸ ਹੁੰਦੀ ਹੈ ਸਰਚ ਫਾਰ ਟਰੂਥ, ਕਿ ਇੱਕ ਸੱਚ ਦੀ ਖੋਜ ਹੁੰਦੀ ਹੈ ਵਿਗਿਆਨ। ਉਸ ਵਿਗਿਆਨ ਨੂੰ ਕੋਈ ਇੰਡਸਟਰੀਲਿਸਟ ਜਾਂ ਕੋਈ ਇੰਡਸਟਰੀ ਟੈਕਨੀਕ ਦੇ ਤੌਰ 'ਤੇ ਵਰਤਦੀ ਹੈ ਆਪਣੇ ਹਿੱਤ ਪੂਰੇ ਕਰਨ ਲਈ ਅਤੇ ਦੂਜਿਆਂ ਨੂੰ ਦਬਾਉਣ ਲਈ, ਉਹ ਟੈਕਨੀਕ ਹੋ ਜਾਂਦਾ। ਟੈਕਨੋਲੋਜੀ ਅਤੇ ਇੰਡਸਟਰੀ ਡਿਫਰੈਂਟ ਚੀਜ਼ ਹੈ, ਵਿਗਿਆਨ ਡਿਫਰੈਂਟ ਚੀਜ਼ ਹੈ। ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ ਤਰਕਸ਼ੀਲਾਂ ਵਰਗੇ, ਉਹ ਟੈਕਨੀਕ ਨੂੰ ਅਤੇ ਸਾਇੰਸ ਨੂੰ ਕਨਫਿਊਜ਼ ਕਰ ਜਾਂਦੇ ਆ। ਇੱਕ ਟੈਕਨੀਕ ਹੈ ਵੈਕਸੀਨ ਲੈ ਕੇ ਆਉਂਦਾ, ਪਰ ਉਹਦੇ ਪਿੱਛੇ ਸੱਚ ਕੀ ਹੈ ਉਹ ਨਹੀਂ ਪਤਾ। ਸੱਚ ਪਤਾ ਹੋਣਾ ਚਾਹੀਦਾ। ਇੱਕ ਟੈਕਨੀਕ ਹੈ, ਉਹ ਕਲੇਮ ਕਰ ਰਹੇ ਆ ਕਿ ਇਹ ਵੈਕਸੀਨ ਜਿਹੜਾ ਹੈ ਇਹ ਤੁਹਾਨੂੰ ਬਚਾ ਲੇਗਾ, ਤੁਹਾਡਾ ਸੇਵੀਅਰ ਹੈ, ਪਰ ਉਹ ਸਾਇੰਸ ਥੋੜ੍ਹਾ ਹੋ ਜਾਓ, ਉਹ ਵਿਗਿਆਨ ਨਹੀਂ ਹੈ। ਵਿਗਿਆਨ ਕੋਈ ਡਿਫਰੈਂਟ ਹੈ। ਸੋ ਇਹ ਉਹ ਭੋਲੇ ਭਾਲੇ ਨੇ, ਜਿੰਨਾ ਕੁ ਉਹਨਾਂ ਨੂੰ ਸਮਝ ਆਈ ਹੈ, ਉਹ ਇਸ ਗੱਲ ਨੂੰ ਕਨਫਿਊਜ਼ ਕਰ ਰਹੇ ਆ ਕਿ ਟੈਕਨੋਲੋਜੀ ਅਲੱਗ ਚੀਜ਼ ਹੁੰਦੀ ਹੈ, ਸਾਇੰਸ ਅਲੱਗ ਚੀਜ਼ ਹੁੰਦੀ ਹੈ। ਡਾਕਟਰ ਸਾਹਿਬ, ਇਸ ਸਾਰੇ ਮਸਲੇ ਵਿੱਚ ਹੋਰ ਬੜੀ ਦਿਲਚਸਪ ਚੀਜ਼ ਹੈ। ਪੜ੍ਹੇ ਲਿਖੇ ਬੰਦਿਆਂ ਤੇ ਤਾਂ ਉਮੀਦ ਕਰੀ ਜਾ ਵੀ ਉਹ ਬੜੇ ਸਿਆਣੇ ਸਮਝਦਾਰ ਹੋਣਗੇ, ਪਰ ਜਿੰਨੇ ਪੜ੍ਹੇ ਲਿਖੇ ਬੰਦੇ ਹੈ ਕਿ ਮੈਂ ਸ਼ਬਦ ਵਰਤੇ ਆਪਣੇ ਆਪ ਨੂੰ ਹਾਈਲੀ ਇੰਟੈਲੈਕਚੁਅਲ ਹੈ, ਉਹ ਤਾਂ ਬਹੁਤ ਜ਼ਿਆਦਾ ਡਰੇ ਮੈਂ ਪਿੰਡਾਂ ਵਿੱਚ ਜਿਹੜੇ ਆਮ ਲੋਕ ਅਨਪੜ੍ਹ ਕਿਸਾਨੀ ਘੋਲ ਦੇ ਵਿੱਚ ਹੈ, ਉਹ ਕੋਈ ਮਸਲਾ ਨਹੀਂ ਹੈਗਾ। ਹਾਂ, ਨਹੀਂ, ਉਹ ਇਹ ਬੜਾ ਕਮਾਲ ਦਾ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਜਿੰਨੇ ਬੰਦੇ ਪੜ੍ਹੇ ਲਿਖੇ ਜ਼ਿਆਦਾ ਨੇ ਉਹ ਜ਼ਿਆਦਾ ਬੇਵਕੂਫ ਬਣੇ ਆ। ਸਭ ਤੋਂ ਬਾਅਦ ਡਾਕਟਰ ਬੇਵਕੂਫ ਬਣੇ ਆ। ਮੈਡੀਕਲ ਪ੍ਰੋਫੈਸ਼ਨ ਵਾਲਿਆਂ ਨੇ ਜੋ ਬਿਹੇਵੀਅਰ ਕੀਤਾ, ਜਿਸ ਢੰਗ ਨਾਲ ਉਹਨੇ ਆਪਣੇ ਹਸਪਤਾਲ ਬੰਦ ਕਰਤੇ, ਕਲੀਨਿਕਾਂ ਸ਼ਟ ਕਰਤੀਆਂ, ਐਮਰਜੈਂਸੀ ਤੱਕ ਅਟੈਂਡ ਨਹੀਂ ਕੀਤੀਆਂ, ਮਤਲਬ ਬਹੁਤ ਹੀ ਸ਼ੇਮਫੁਲ ਵਰਤਾਰਾ ਰਿਹਾ ਮੈਡੀਕਲ ਪ੍ਰੋਫੈਸ਼ਨ ਵਾਸਤੇ। ਮੈਂ ਸਮਝਦਾ ਕਿ ਹਿਸਟੋਰੀਕਲੀ ਉਹ ਮਾਫ ਕਰਨ ਵਾਲਾ ਨਹੀਂ ਹੈ। ਜੇ ਟਰੂ ਐਪੀਡੈਮਿਕ ਸੀਗੀ ਵੀ ਤਾਂ ਡਾਕਟਰਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਆਪਣੀ ਕਲੀਨਿਕਾਂ ਬੰਦ ਕਰਕੇ ਬਹਿ ਜਾਣ। ਅਤੇ ਸਰਕਾਰ ਨੇ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ, ਕਿਉਂਕਿ ਉਹ ਦਹਿਸ਼ਤ ਫੈਲਾਉਣ 'ਚ, ਹਊਗਾ ਫੈਲਾਉਣ 'ਚ ਲੋਕ ਜਿਹੜੇ ਵਿਚਾਰੇ ਜਿਹਨੂੰ ਕਹਿੰਦੇ ਆ ਪ੍ਰਾਈਵੇਟ ਜਿਹੜੇ ਹਸਪਤਾਲ ਸੀ, ਉਹਨਾਂ ਦੇ ਤਰਸ ਦੇ ਪਾਤਰ ਬਣ ਗਏ ਔਰ ਅੰਨਾ ਪੈਸਾ ਲੁੱਟਿਆ ਉਹਨਾਂ ਨੇ। ਅਤੇ ਸਰਕਾਰੀ ਹਸਪਤਾਲ ਅਤੇ ਹੋਰ ਛੋਟੇ ਮੋਟੇ ਹਸਪਤਾਲ ਸਾਰੇ ਬੰਦ ਕਰਕੇ ਬੈਠ ਗਏ। ਤਾਂ ਇਹ ਕਿਤੇ ਨਾ ਕਿਤੇ ਬਿਲਕੁਲ ਸਹੀ ਗੱਲ ਹੈ ਤੇਰੀ ਕਿ ਜਿੰਨਾ ਪੜ੍ਹਿਆ ਲਿਖਿਆ ਬੰਦਾ ਉਹ ਕਿਤੇ ਇੱਕ ਤਾਂ ਮਰਨ ਤੋਂ ਬਹੁਤ ਡਰਦਾ। ਸਿਸਟਮ ਗੱਲ ਬੜੀ ਛੇਤੀ ਸਹਿਮਤ ਹੋ ਜਾਂਦਾ। ਹਾਂ, ਕਿਉਂਕਿ ਉਹਦੇ ਹਿੱਤ ਹੁੰਦੇ ਨਾ, ਉਹਦੇ ਹਿੱਤ ਹੁੰਦੇ ਆ। ਕਿਉਂਕਿ ਜਿੰਨਾ ਵੱਡਾ ਬੰਦਾ ਹੈ ਉਹਦੇ ਹਿੱਤ ਉਹਦੇ ਨਾਲ ਜੁੜੇ ਹੋਏ ਆ ਕਿ ਉਹ ਉਹਦੇ ਤੋਂ ਵੱਖਰਾ ਨਾ ਸੋਚੇ, ਉਹਦੇ ਨਾਲ ਸੋਚੇ। ਅਤੇ ਜਿਹੜਾ ਆਮ ਬੰਦਾ ਹੁੰਦਾ ਉਹਦਾ ਕੋਈ ਹਿੱਤ ਨਹੀਂ ਜੁੜਿਆ ਹੁੰਦਾ। ਉਹ ਕਹਿੰਦਾ ਮੈਂ ਤਾਂ ਭਾਈ ਜੋ ਮੈਨੂੰ ਜਗਦਾ ਮੈਂ ਉਸ ਹਿਸਾਬ ਨਾਲ ਕਰੂੰਗਾ, ਮੈਂ ਤੁਹਾਡੀ ਗੱਲ ਕਿਉਂ ਮੰਨਾਂ। ਤਾਂ ਉਹ ਤੂੰ ਪਿੰਡਾਂ ਚਲੇ ਜਾਓ, ਕੋਈ ਮਾਸਕ ਨਹੀਂ ਪਾ ਰਿਹਾ, ਕੋਈ ਸੋਸ਼ਲ ਡਿਸਟੈਂਸ ਨਹੀਂ ਕਰ ਰਿਹਾ, ਆਰਾਮ ਨਾਲ ਨੇ। ਉਹ ਟਰਾਲੀਆਂ 'ਚ 20 ਬੰਦੇ ਸੁੱਤੇ ਪਏ, ਇੱਕ ਟਰਾਲੀ 'ਚ 20 ਬੰਦੇ ਸੋ ਰਹੇ ਆ। ਔਰ ਜੇ ਉਹ 20 ਬੰਦੇ ਇਕੱਠੇ ਸੌਣ ਕਰਕੇ ਬਚ ਗਏ। ਜੇ ਤੁਸੀਂ ਜੇ ਇੰਨੀ ਠੰਡ ਸੀ ਜਿੰਨੀ, ਉਹ ਇਸੇ ਕਰਕੇ ਬਚ ਗਏ ਕਿ ਉਹ ਇਕੱਠੇ ਸੌਂਦੇ ਸੀਗੇ। ਅਤੇ ਜੇ ਉਹ ਕਿਤੇ ਇਕੱਲਾ ਸੌਂਦੇ ਤਾਂ ਤੂੰ ਹੀ ਮਰ ਜਾਂਦੇ ਠੰਡ ਨਾਲ। ਮੈਨੂੰ ਕੋਈ ਬੰਦਾ ਬਾਤ ਕਰ ਰਿਹਾ था, ਕਹਿੰਦੇ ਵੀ ਜਿਹੜਾ ਕਿਸਾਨੀ ਘੋਲ ਦਿੱਲੀ ਚੱਲ ਰਿਹਾ, ਕਹਿੰਦੇ ਦੁਨੀਆ ਦੀ ਸਭ ਤੋਂ ਬੜੀ ਕਰੋਨਾ ਲੈਬੋਰਟਰੀ ਹੈ, ਜਾ ਕੇ ਦੇਖ ਲਓ। ਉਹ ਵੈਸੇ ਕਮਾਲ ਦੀ ਚੀਜ਼ ਹੈ ਜੀ, ਕਿੱਡਾ ਬੜਾ ਸਬੂਤ ਹੈ ਉਹ।
ਬਿਲਕੁਲ ਨਾਲ ਰੈਲੀਆਂ ਹੋ ਰਹੀਆਂ ਨੇ ਤੇ ਸਾਹਮਣੇ ਆ ਕੋਈ ਹੁਣ ਬੰਗਾਲ 'ਚ ਰੈਲੀਆਂ ਹੋ ਰਹੀਆਂ ਨੇ ਹਾਂ ਬੰਗਾਲ ਮੈਂ ਕੋਈ ਕਰੋਨਾ ਪਹਿਲਾਂ ਨਹੀਂ। ਬਿਹਾਰ 'ਚ ਹੋਈਆਂ ਰੈਲੀਆਂ। ਉਹ ਕੋਈ ਕਿਤੇ ਕਰੋਨਾ ਨਹੀਂ, ਕਰੋਨਾ ਉਹ ਪਿੰਡਾਂ ਚਲੇ ਜਾਓ, ਪੰਜਾਬ ਦੇ ਸਾਰੇ ਪਿੰਡ ਚਲੇ ਜਾਓ, ਪਿੰਡ ਜਾ ਕੇ ਦੇਖੋ ਕੋਈ ਕੁਛ ਨਹੀਂ, ਕੋਈ ਗੱਲ ਹੀ ਨਹੀਂ ਕਰਦੇ। ਉਹ ਆਪਣੇ ਕੰਮਾਂ ਕਾਰਾਂ 'ਚ ਲੱਗੇ ਹੋਏ ਆ, ਉਹਨੂੰ ਕੋਈ ਵੇਲ ਨਹੀਂ ਹੈ। ਵਿਹਲੇ ਬੰਦਾ ਉਹ ਬੈਠਾ ਘਰ ਬੈਠੇ ਨਾਲੇ ਵਿਹਲੀਆਂ ਖਾਈ ਜਾਂਦੇ, ਉਹਨਾਂ ਕੋਲ ਪੈਸਾ ਹੈਗਾ, ਵਿਹਲੇ ਬੈਠੇ ਖਾ ਰਹੇ ਆ, ਕਿਉਂਕਿ ਉਹਨਾਂ ਦੇ ਕੋਈ ਵੀ ਹੈ ਨਾ ਕਿ ਉਹਨਾਂ ਕੋਲ ਪੈਸਾ ਇੰਨਾ ਕੁ ਹੈਗਾ ਕਿ ਵਿਹਲੇ ਬੈਠ ਕੇ ਖਾ ਸਕਦੇ ਆ। ਉਹ ਗਰੀਬ ਬੰਦਾ ਕਿੱਥੋਂ ਖਾ ਲੂਗਾ? ਉਹ ਜਾਊ, ਉਹਦੇ ਤਾਂ ਜ਼ਮੀਨ ਦੀਆਂ ਹਾਲਾਤ ਹੀ ਇੱਦਾਂ ਦੇ ਨੇ ਕਿ ਜੇ ਉਹ ਕੰਮ ਕਰੇਗਾ, ਜਾਏਗਾ, ਕੋਈ ਮਿਹਨਤ ਕਰੇਗਾ, ਕੋਈ ਕਿਸੇ ਨੂੰ ਮਿਲੇਗਾ ਗਿਲੇਗਾ ਤਾਂ ਹੀ ਰੋਟੀ ਮਿਲੇਗੀ ਨਾ ਉਹਨੂੰ। ਉਹ ਜਿਹੜੇ ਅਮੀਰ ਬੰਦੇ ਨੇ ਉਹਨੂੰ ਕੀ ਲੋੜ ਹੈ ਅੰਦਰ ਬੈਠੋ TV ਦੇਖੋ ਤੇ ਬੈਠੇ ਆਪਣਾ ਆਰਡਰ ਕਰੀ ਜਾਂਦੇ ਤੇ ਸਭ ਕੁਝ ਘਰ ਮਿਲ ਜਾਂਦਾ। ਸੋ ਡਾਕਟਰ ਸਾਹਿਬ ਬਹੁਤ ਵਧੀਆ, ਮੇਰੇ ਖਿਆਲ ਮਾਰੇ ਸੁਣਨੇ ਵਾਲਿਆਂ ਨੂੰ ਪਤਾ ਲੱਗ ਗਿਆ ਹੋਣਾ ਕਾਫੀ। थारे पता मैं एक होर दसना चाहांगा जिन्ने भी मैं सुन रहे डॉक्टर साहब थारे पता डिग्री कम्युनिटी मेडिसिन की भी MD है। हाँ मैं कम्युनिटी मेडिसिन ते पीडियाट्रिक्स 2 डिग्री ने। कम्युनिटी मेडिसिन इसे चीज़ की स्पैशलाइजेशन होंदी है, इसे मसले की स्पैशलाइजेशन होंदी है। और मेरी कल ही MD डिग्री की गल नहीं है, मैनू बहुत शुरू तो ही जी है ना मेरी जी पैशन रहा वो लेटेस्ट दुनिया दी रिसर्चस नूं जिन्होंने कहते हैं पढ़ते रहना तो घोखते रहना, वो मेरी शुरू तो आदत रही है। तो इस करके जी सी वो सारी, क्योंकि जे थोड़ा फील्ड खुला हो, थोड़ा दिमाग खुला हो, फिर तुहानूं गल जी समझ आ जाती है जल्दी। तो वो शुरू च जिदन अनाउंसमेंट हुई उदन ही गल जी बस स्पष्ट हो गई सी, जिस ढंग दे नाल लिआंदा जा रहा, जिस ढंग दे अनाउंसमेंट की जा रही है, पिछे कोई गल बड़ा एजेंडा कोई आम जी बीमारी नहीं हैगी है। डॉक्टर साहब बहुत मेहरबानी जी, बहुत शुक्रिया। सो दोस्तों ने तो डॉक्टर अमर सिंह जी आज़ाद पटियाले ते मैं एक बात होर दसनी चाहांगा, पहला भी डॉक्टर साहब ने एक लंबी गलबात करी थी हमारी गल खाने पीने पर। डॉक्टर साहब ने उरे पटियाले के विच कुदरती इलाज केंद्र है इन्हां का, उरे बिना दवाइयां ते जिहड़ा हैगा बीमारियां का इलाज जिहड़े मूल अनाज जिहड़े पहला वरते जाए करें सैकड़े साल पहला उन्हां गल करया जा रहा। सो किसी नूं किन्नी बड़ी बीमारी होए, चाहे कैंसर है, ब्लड कैंसर है, उरे आ सका डॉक्टर साहब सारे हफ्ते। डॉक्टर साहब ऐतवार छुट्टी हुआ बस ऐतवार नहीं छड्ड के, ऐतवार छड्ड के किसी भी दिन जिहड़ा हैगा उरे आके अपना डॉक्टर साहब गलबात कर सकां, अपना इलाज करवा सकां। सो इन्ना ही दिओ इजाजत, जिउंदे रहो रब रखा, सारिआं नूं सत श्री अकाल।